हाँ जी, ਆਪਾਂ ਕੀਤਾ ਸੀ ਕਿ ਜਿਹੜੇ ਪ੍ਰਾਇਮਰੀ ਤੇ ਸੈਕੰਡਰੀ ਰਿਸਪੌਂਸ ਆਪਾਂ ਨੂੰ ਮਿਲਦੇ ਆਪਣੀ ਬੋਡੀ ਦਿੰਦੀ ਹੈ ਆਰ ਕੈਰੀਡ ਆਊਟ ਵਿਦ ਦਾ ਹੈਲਪ ਆਫ ਦੋ ਤਰ੍ਹਾਂ ਦੇ ਲਿੰਫੋਸਾਈਟਸ ਜਿਹੜੇ ਸੈਲਸ ਆਪਣੀ ਬਲੱਡ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਉਹਨਾਂ ਕਰਕੇ ਉਹ ਦਿੰਦੀ ਹੈ। ਇਹ ਸੈਲਸ ਕਿਹੜੇ ਆ? ਬੀ ਲਿੰਫੋਸਾਈਟਸ ਤੇ ਟੀ ਲਿੰਫੋਸਾਈਟਸ। ਠੀਕ ਹੈ, ਜਿਹੜੇ ਬੀ ਲਿੰਫੋਸਾਈਟਸ ਪ੍ਰੋਡਿਊਸਡ ਆ ਆਰਮੀ ਆਫ ਪ੍ਰੋਟੀਨ, ਇੱਕ ਤਰ੍ਹਾਂ ਦੀ ਆਰਮੀ ਬਣਾ ਲੈਂਦੇ ਆ ਪ੍ਰੋਟੀਨ ਦੀ ਇਨ ਰਿਸਪੌਂਸ ਟੂ ਪੈਥੋਜਨ। ਜਦੋਂ ਕੋਈ ਵੀ ਪੈਥੋਜਨ ਆਪਣੀ ਬੋਡੀ 'ਤੇ ਅਟੈਕ ਕਰਦਾ, ਡਿਜ਼ੀਜ਼ ਕਾਜ਼ਿੰਗ ਪੈਥੋਜਨ ਆਪਣੀ ਬੋਡੀ 'ਤੇ ਅਟੈਕ ਕਰਦਾ ਤਾਂ ਇੱਕ ਤਰ੍ਹਾਂ ਦੀ ਆਰਮੀ ਬਣਾ ਲੈਂਦੇ ਆ ਪ੍ਰੋਟੀਨ ਦੀ। ਠੀਕ ਹੈ, ਇਨਟੂ ਆਵਰ ਬਲੱਡ ਦੇ ਵਿੱਚ ਤੇ ਫਾਈਟ ਕਰਦੇ ਉਹਨਾਂ ਦੇ ਨਾਲ, ਪੈਥੋਜਨਸ ਦੇ ਨਾਲ ਫਾਈਟ ਕਰਨ ਦੀ ਕੋਸ਼ਿਸ਼ ਕਰਦੇ। ਦੀਜ਼ ਪ੍ਰੋਟੀਨਸ ਆਰ ਕਾਲਡ ਐਂਟੀਬੋਡੀਜ਼। ਇੱਦਾਂ ਦੀ ਪ੍ਰੋਟੀਨਸ ਨੂੰ ਆਪਾਂ ਕੀ ਕਹਿੰਦੇ ਆ? ਐਂਟੀਬੋਡੀਜ਼ ਦਾ ਨਾਮ ਦਿੰਦੇ ਹਾਂ। ਠੀਕ ਹੈ, ਇਹ ਬੀ ਲਿੰਫੋਸਾਈਟਸ ਕੰਮ ਕਰਦੇ ਕਿ ਆਰਮੀ ਬਣਾ ਲੈਂਦੇ ਆ ਜਿਹਨੂੰ ਐਂਟੀਬੋਡੀਜ਼ ਕਹਿੰਦੇ। ਇਹ ਐਂਟੀਬੋਡੀਜ਼ ਆਉਣ ਵਾਲੇ ਪੈਥੋਜਨਸ ਦੇ ਨਾਲ ਫਾਈਟ ਕਰਦੀ ਹੈ। ਟੀ ਲਿੰਫੋਸਾਈਟਸ ਦੈਮਸੈਲਫ ਡੂ ਨਾਟ ਸਕਰੀਟ ਐਂਟੀਬੋਡੀਜ਼। ਟੀ ਲਿੰਫੋਸਾਈਟਸ ਕਿਸੇ ਵੀ ਤਰ੍ਹਾਂ ਦੀ ਐਂਟੀਬੋਡੀਜ਼ ਤਾਂ ਨਹੀਂ ਬਣਾਉਂਦੇ, ਬਟ ਉਹ ਹੈਲਪ ਜ਼ਰੂਰ ਕਰਦੇ ਹੈ ਬੀ ਸੈਲਸ ਦੀ ਕਿ ਉਹਨਾਂ ਨੂੰ ਪ੍ਰੋਟੀਨ ਪ੍ਰੋਡਿਊਸ ਕਰਨ ਦੇ ਵਿੱਚ। ਠੀਕ ਹੈ, ਈਚ ਐਂਟੀਬੋਡੀ ਮੋਲੀਕਿਊਲ ਹੈਜ਼ 4 ਪੈਪਟਾਈਡ ਚੇਨ। ਹਰੇਕ ਜਿਹੜੀ ਐਂਟੀਬੋਡੀ ਹੈ ਉਹਦੇ ਵਿੱਚ 4 ਪੈਪਟਾਈਡ ਚੇਨਸ ਪਈਆਂ ਹੁੰਦੀਆਂ। ਐਂਟੀਬੋਡੀ ਦੀ ਸਟਰਕਚਰ ਹੈ, ਠੀਕ ਹੈ, ਤੁਹਾਡੀ ਬੋਡੀ ਦੇ ਵਿੱਚ ਜਿਹੜੀ ਬਣਦੀ ਹੈ ਕਿਸੇ ਵੀ ਡਿਜ਼ੀਜ਼ ਦੇ ਨਾਲ ਲੜਨ ਦੇ ਲਈ ਐਂਟੀਬੋਡੀ। ਠੀਕ ਹੈ, ਈਚ ਐਂਟੀਬੋਡੀ ਹੈਜ਼ 4 ਪੈਪਟਾਈਡ ਚੇਨਸ ਬਣੀਆਂ ਹੋਈਆਂ। ਪੈਪਟਾਈਡ ਚੇਨਸ ਹੁੰਦੀਆਂ 4। 2 ਸਮਾਲਸ ਕਾਲਡ ਲਾਈਟ ਚੇਨਸ, 2 ਜਿਹੜੀਆਂ ਛੋਟੀਆਂ ਚੇਨਸ ਬਣਦੀਆਂ ਜਿਨ੍ਹਾਂ ਨੂੰ ਆਪਾਂ ਲਾਈਟ ਚੇਨ ਕਹਿੰਦੇ ਹਾਂ। ਠੀਕ ਹੈ, ਐਂਡ 2 ਲੌਂਗਰ ਹੈਵੀ ਚੇਨਸ, 2 ਜਿਹੜੀਆਂ ਉਹ ਲੌਂਗ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਹੈਵੀ ਚੇਨਸ ਦਾ ਨਾਮ ਦਿੰਦੇ ਹਾਂ। ਠੀਕ ਹੈ, ਇਹ 2 ਲਾਈਟ ਚੇਨ ਹੈ, ਇਹ 2 ਜਿਹੜੀਆਂ ਉਹ ਹੈਵੀ ਚੇਨ ਹੈ। ਇਸ ਕਰਕੇ ਇਸ ਐਂਟੀਬੋਡੀ ਨੂੰ ਆਪਾਂ H2L2 ਦਾ ਨਾਮ ਵੀ ਦੇ ਦਿੰਦੇ ਹਾਂ। ਹੈਵੀ ਵੀ 2 ਹੈ ਤੇ ਲਾਈਟ ਚੇਨ ਵੀ 2। ਠੀਕ ਹੈ, each antibody molecule has 4 peptide chain, 2 small called light chains and 2 longer called heavy chains. Hence an antibody is represented as H2L2. Different types of antibodies are produced in our body। ਕਹਿੰਦੇ ਆਪਣੀ ਬੋਡੀ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਐਂਟੀਬੋਡੀਜ਼ ਜਿਹੜੀਆਂ ਬਣਦੀਆਂ, ਜਿੱਦਾਂ ਕਿ IgA, IgM, IgE, IgG। ਤੁਸੀਂ ਇਹਨੂੰ ਇਸ ਫਾਰਮੂਲੇ ਨਾਲ ਲਰਨ ਕਰ ਸਕਦੇ ਹੋ। ਗੇਮ IgG, IgA, IgM ਤੇ IgE। ਜੇ ਤੁਹਾਨੂੰ ਇੱਕ ਮਾਰਕ ਦੇ ਵਿੱਚ ਇਹ ਕੁਐਸਚਨ ਆ ਸਕਦਾ ਕਿ ਦੱਸੋ ਤੁਹਾਡੀ ਬੋਡੀ ਦੇ ਵਿੱਚ ਕਿਹੜੀਆਂ ਕਿਹੜੀਆਂ ਐਂਟੀਬੋਡੀਜ਼ ਪਾਈਆਂ ਜਾਂਦੀਆਂ, ਤੇ ਤੁਸੀਂ ਇਸ ਫਾਰਮੂਲੇ ਦੇ ਨਾਲ ਇਹਨੂੰ ਲਰਨ ਕਰ ਸਕਦੇ ਹੋ। ਠੀਕ ਹੈ, ਕਹਿੰਦੇ ਬਿਕੋਜ਼ ਥੀਸ ਐਂਟੀਬੋਡੀਜ਼ ਆਰ ਫਾਊਂਡ ਇਨ ਦਾ ਬਲੱਡ। ਇਹ ਐਂਟੀਬੋਡੀਜ਼ ਜੇ ਆਪਾਂ ਨੂੰ ਬਲੱਡ ਦੇ ਵਿੱਚ ਮਿਲਦੀਆਂ ਤਾਂ ਰਿਸਪੌਂਸ ਇਜ਼ ਆਲਸੋ ਕਾਲਡ ਹਿਊਮਰਲ ਇਮਿਊਨ ਰਿਸਪੌਂਸ ਕਿਹਾ ਜਾਂਦਾ ਹੈ। ਠੀਕ ਹੈ, ਇਹ 2 ਤਰ੍ਹਾਂ ਦੀਆਂ ਹੁੰਦੇ, ਇੱਕ ਤਾਂ ਆਪਾਂ ਨੂੰ ਬਲੱਡ ਦੇ ਵਿੱਚ ਮਿਲਦੀਆਂ ਤਾਂ ਇਸ ਰਿਸਪੌਂਸ ਨੂੰ ਆਪਾਂ ਹਿਊਮਰਲ ਇਮਿਊਨ ਰਿਸਪੌਂਸ ਕਹਿੰਦੇ ਹਾਂ, ਤੇ ਇੱਕ ਸੈੱਲ ਮੀਡੀਏਟਿਡ ਇਮਿਊਨ ਰਿਸਪੌਂਸ ਹੁੰਦੇ ਜਿਨ੍ਹਾਂ ਨੂੰ ਆਪਾਂ ਸੈੱਲ ਮੀਡੀਏਟਿਡ ਇਮਿਊਨਿਟੀ ਕਹਿੰਦੇ ਹਾਂ। CMI ਇਹਦੀ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ ਤੁਹਾਡੇ ਕੋਲੋਂ, ਸੈੱਲ ਮੀਡੀਏਟਿਡ ਇਮਿਊਨਿਟੀ CMI। ਠੀਕ ਹੈ, ਨੈਕਸਟ ਹੈ ਤੁਹਾਡੇ ਐਕਟਿਵ ਐਂਡ ਪੈਸਿਵ ਇਮਿਊਨਿਟੀ। ਐਕਟਿਵ ਐਂਡ ਪੈਸਿਵ ਇਮਿਊਨਿਟੀ ਕੀ ਹੈ? ਕਹਿੰਦੇ ਕਿ ਜਦੋਂ ਵੈਨ ਅ ਹੋਸਟ ਇਜ਼ ਐਕਸਪੋਜ਼ ਟੂ ਐਂਟੀਜਨ, ਮਤਲਬ ਹੋਸਟ ਆਪਾਂ ਐਂਟੀਜਨ ਕੋਈ ਵੀ ਬਿਮਾਰੀ ਫੈਲਾਉਣ ਵਾਲੇ ਪੈਥੋਜਨਸ, ਠੀਕ ਹੈ, ਵਿਚ ਮੇ ਬੀ ਇਨ ਦਾ ਫਾਰਮ ਆਫ ਲਿਵਿੰਗ ਔਰ ਡੈਡ ਮਾਈਕਰੋਬਸ ਕਿਉਂ ਨਾ ਹੋਣ, ਠੀਕ ਹੈ, ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੋਟੀਨਸ, ਐਂਟੀਬੋਡੀਜ਼ ਜਿਹੜੀਆਂ ਪ੍ਰੋਡਿਊਸਡ ਹੁੰਦੀਆਂ ਆਪਣੀ ਬੋਡੀ ਦੇ ਵਿੱਚ, ਇਸ ਟਾਈਪ ਦੀ ਇਮਿਊਨਿਟੀ ਨੂੰ ਆਪਾਂ ਐਕਟਿਵ ਇਮਿਊਨਿਟੀ ਕਹਿੰਦੇ ਹਾਂ। ਠੀਕ, ਐਕਟਿਵ ਇਮਿਊਨਿਟੀ ਉਹ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੇ ਐਂਟੀਜਨਸ ਹੈ ਜਿਹੜੇ ਆਪਣੀ ਬੋਡੀ 'ਤੇ ਅਟੈਕ ਕਰਦੇ ਹੈ ਤੇ ਆਪਣੀ ਬੋਡੀ ਉਸ ਨੂੰ ਰਿਸਪੌਂਸ ਦਿੰਦੀ ਹੈ ਐਂਟੀਬੋਡੀਜ਼ ਬਣਾ ਕੇ। ਠੀਕ ਹੈ, ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ, ਉਹ ਹੁੰਦੀ ਹੈ ਆਪਣੀ ਐਕਟਿਵ ਇਮਿਊਨਿਟੀ। ਐਕਟਿਵ ਇਮਿਊਨਿਟੀ ਜਿਹੜੀ ਉਹ ਥੋੜੀ ਸਲੋ ਹੁੰਦੀ ਹੈ ਤੇ ਟੇਕ ਟਾਈਮ ਲੈਂਦੀ ਹੈ ਟੂ ਫੁੱਲ ਇਫੈਕਟਿਵ ਰਿਸਪੌਂਸ ਦੇਣ। ਉਸ ਤੋਂ ਬਾਅਦ ਕਹਿੰਦੇ ਵੈਨ ਰੈਡੀਮੇਡ ਐਂਟੀਬੋਡੀਜ਼ ਆਰ ਡਾਇਰੈਕਟਲੀ ਗਿਵਨ ਟੂ ਦਾ ਪ੍ਰੋਟੈਕਟ ਦਾ ਬੋਡੀ ਅਗੇਂਸਟ ਫੋਰਨ। ਹੁਣ ਕਹਿੰਦੇ ਰੈਡੀਮੇਡ ਐਂਟੀਬੋਡੀਜ਼ ਆਪਣੀ ਬੋਡੀ ਦੇ ਵਿੱਚ ਦਿੱਤੀਆਂ ਜਾਂਦੀਆਂ ਕਿ ਆਪਾਂ ਫੋਰਨ ਏਜੰਟਸ ਦੇ ਨਾਲ ਲੜ ਸਕੀਏ। ਹੁਣ ਕਈ ਤਾਂ ਛੋਟੀ ਮੋਟੀਆਂ ਬਿਮਾਰੀਆਂ ਜਿਨ੍ਹਾਂ ਨੂੰ ਆਪਣੀ ਬੋਡੀ ਹੈ ਐਂਟੀਬੋਡੀਜ਼ ਬਣਾਉਂਦੀ ਹੈ ਤਾਂ ਉਹਨਾਂ ਨੂੰ ਖਤਮ ਕਰ ਦਿੰਦੀ, ਪਰ ਕਈ ਬਿਮਾਰੀਆਂ ਐਵੇਂ ਦੀਆਂ ਜਿਨ੍ਹਾਂ ਦੀ ਆਪਣੀ ਬੋਡੀ 'ਚ ਇੰਨੀ ਕਪੈਸਿਟੀ ਨਹੀਂ ਹੁੰਦੀ ਉਹਨਾਂ ਨੂੰ ਖਤਮ ਕਰਨ ਲਈ ਆਪਾਂ ਨੂੰ ਕੀ ਹੈ ਰੈਡੀਮੇਡ ਐਂਟੀਬੋਡੀਜ਼ ਦਿੱਤੀਆਂ ਜਾਂਦੀਆਂ, ਇੰਜੈਕਸ਼ਨਸ, ਐਂਟੀਬਾਇਓਟਿਕਸ ਦਿੱਤੇ ਜਾਂਦੇ ਆ, ਉਸ ਚੀਜ਼ ਨੂੰ ਆਪਾਂ ਪੈਸਿਵ ਇਮਿਊਨਿਟੀ ਕਹਿੰਦੇ ਹਾਂ। ਠੀਕ ਹੈ, ਕਹਿੰਦੇ ਡੂ ਯੂ ਨੋ ਵਾਈ ਦਾ ਮਦਰ ਮਿਲਕ ਇਜ਼ ਕੰਸੀਡਰ ਵੈਰੀ ਐਸੈਂਸ਼ੀਅਲ ਫॉर ਦਾ ਨਿਊ ਬੋਰਨ ਇਨਫੈਂਟ। ਕਹਿੰਦੇ ਜਿਹੜਾ ਨਿਊ ਬੋਰਨ ਬੇਬੀ ਹੁੰਦਾ ਉਹਦੇ ਲਈ ਮਦਰ ਮਿਲਕ ਕਿਉਂ ਜ਼ਰੂਰੀ ਹੈ? ਦ ਯੈਲੋਇਸ਼ ਫਲੂਇਡ ਕਲੋਸਟਰਮ। ਤੁਹਾਨੂੰ ਇੱਕ 1 ਮਾਰਕ ਦਾ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਕਲੋਸਟਰਮ ਕੀ ਹੈ। ਠੀਕ ਹੈ, ਕਲੋਸਟਰਮ ਕੀ ਹੁੰਦਾ ਹੈ? ਯੈਲੋਇਸ਼ ਫਲੂਇਡ ਹੁੰਦਾ ਹੈ, ਸਿਕ੍ਰੀਟਿਡ ਬਾਈ ਮਦਰ
ਡਿਊਰਿੰਗ ਦਾ ਇਨੀਸ਼ੀਅਲ ਡੇਜ਼ ਆਫ ਲੈਕਟੇਸ਼ਨ, ਜਦੋਂ ਨਿਊ ਬੋਰਨ ਬੇਬੀ ਹੁੰਦਾ ਹੈ ਤਾਂ ਜਿਹੜਾ ਮਦਰ ਦਾ ਮਿਲਕ ਹੁੰਦਾ ਹੈ ਉਹ ਯੈਲੋਇਸ਼ ਫਲੂਇਡ ਦੇ ਵਿੱਚ ਹੁੰਦਾ ਹੈ, ਉਸ ਚੀਜ਼ ਨੂੰ ਆਪਾਂ ਕਲੋਸਟਰਮ ਕਹਿੰਦੇ ਹਾਂ। ਠੀਕ ਹੈ, ਉਸ ਕਲੋਸਟਰਮ ਦੇ ਵਿੱਚ ਕੀ ਹੁੰਦਾ, ਅਬੰਡੈਂਟ ਐਂਟੀਬੋਡੀਜ਼ ਪਈਆਂ ਹੁੰਦੀਆਂ, ਜ਼ਿਆਦਾਤਰ IgA ਪਈ ਹੁੰਦੀ ਹੈ ਐਂਟੀਬੋਡੀਜ਼, ਜਿਹੜੀਆਂ ਕਿ ਹੈਲਪ ਕਰਦੀਆਂ ਟੂ ਪ੍ਰੀਵੈਂਟ ਦਾ ਇਨਫੈਂਟ ਨੂੰ, ਬੱਚੇ ਨੂੰ ਬਚਾਉਣ ਦੀਆਂ, ਉਹਦੀ ਪ੍ਰੋਟੈਕਸ਼ਨ ਕਰਦੀਆਂ। ਠੀਕ ਹੈ, ਦ ਫੀਟਸ ਆਲਸੋ ਰਿਸੀਵ ਸਮ ਐਂਟੀਬੋਡੀ, ਫੀਟਸ ਮਤਲਬ ਬੱਚਾ ਰਿਸੀਵ ਕਰਦਾ ਹੈ ਕਈ ਐਂਟੀਬੋਡੀਜ਼ ਫਰੋਮ ਦੇਅਰ ਮਦਰ, ਆਪਣੀ ਮਦਰ ਤੋਂ, ਥਰੂ ਦਾ ਪਲੇਸੈਂਟਾ ਡਿਊਰਿੰਗ, ਜਦੋਂ ਪ੍ਰੈਗਨੈਂਟ ਹੁੰਦੀ ਹੈ। ਠੀਕ ਹੈ, ਥੀਸ ਆਰ ਐਗਜ਼ਾਮਪਲਸ ਆਫ ਪੈਸਿਵ ਇਮਿਊਨਿਟੀ।